मैं कहना पूरा श्रेय ਜਿਹੜਾ PSPCL ਕਾਰਪੋਰੇਸ਼ਨ ਨੂੰ ਜਾਏਗਾ। ਇਹ ਬਿਜਲੀ ਬੋਰਡ ਜਿਹੜਾ ਇੱਕ ਪੰਜਾਬ ਦੇ ਇੰਡਸਟਰੀਲਿਸਟ ਦੇ ਕਫਨ ਦੇ ਵਿੱਚ ਕਿੱਲ ਠੋਕਣ ਵਾਲਾ ਹੋਏਗਾ। ਮਾਝੇ ਦੇ ਲੋਕ ਜਿਹੜੇ ਨੇ ਵੈਸੇ ਹਿੰਮਤੀ ਨੇ, ਬਹੁਤ ਮਿਹਨਤੀ ਲੋਕ ਨੇ। ਮਿਹਨਤ ਆਪਣੀ ਦੇ ਨਾਲ ਅਸੀਂ ਇਹਨਾਂ ਅੰਮ੍ਰਿਤਸਰ ਸ਼ਹਿਰ 'ਚ ਇੰਡਸਟਰੀ ਚਲਾ ਕੇ ਤੇ ਇਸ ਇੰਡਸਟਰੀ ਦਾ ਮਾਲ ਫਿਰ ਦੁਬਾਰਾ ਉਹਨਾਂ ਹੀ ਮੰਡੀਆਂ ਦੇ ਵਿੱਚ ਵਾਪਸ ਭੇਜ ਕੇ ਵੇਚਦੇ ਹਾਂ। ਉਹਨਾਂ ਲੋਕਾਂ ਨਾਲ ਅਸੀਂ ਕੰਪੀਟੀਸ਼ਨ ਕਿਸ ਤਰ੍ਹਾਂ ਕਰ ਸਕਾਂਗੇ? पंजाब च कोई भी नवा इंडस्ट्रीलिस्ट आएगा नहीं और ਜਿਹੜੇ ਐਗਜ਼ਿਸਟਿੰਗ ਹੈ और ਡੈਫੀਨੇਟਲੀ ਪਲਾਇਨ ਕਰਨ ਦੇ ਉੱਤੇ ਮਜਬੂਰ ਹੋ ਜਾਣਗੇ। ਸਰਕਾਰ ਦੀਆਂ ਨੀਤੀਆਂ ਹੀ ਇਹੋ ਜਿਹੀਆਂ ਨੇ ਕਿ ਪੰਜਾਬ 'ਚ ਕੋਈ ਇੰਡਸਟਰੀ ਆ ਕੇ ਲਗਾਵੇ ਹੀ ਨਾ ਤੇ ਚਲਾਵੇ ਹੀ ਨਾ। ਪਹਿਲੇ ਕਰੋਨਾ ਸੀ, ਕਰੋਨਾ ਤੋਂ ਹੀ ਬੜੀ ਮੁਸ਼ਕਲ ਉੱਭਰੇ ਬੰਦੇ ਨੇ। ਫਿਰ ਪੈਸੇ ਇੱਧਰੋਂ ਉੱਧਰੋਂ ਫੜ ਕੇ ਬੈਂਕਾਂ ਕੋਲ ਲੋਨ ਲੈ ਆਲੇ ਦੁਆਲੇ ਫੜ ਕੇ ਫਿਰ ਇਹਦੇ ਵਿੱਚ ਪਾ ਕੇ ਅਸੀਂ ਚਾਲੂ ਕੀਤਾ। ਉਹ ਹਾਲੇ ਚਾਲੂ ਹੀ ਹੋਇਆ ਸੀ, ਇਹ ਜੂਨ ਮਿਡ ਦੇ ਵਿੱਚੋਂ ਅਸੀਂ ਚਾਲੂ ਕੀਤਾ ਸੀ ਤੇ ਨਾਲ ਹੀ ਫਸਟ 15 ਦਿਨਾਂ ਦੇ ਵਿੱਚ ਹੀ ਇਹ ਹੁਣ ਬੱਤੀ ਦਾ ਚੱਕਰ ਪੈ ਗਿਆ, ਜਿਹੜਾ ਇੰਪੋਸੀਬਲ ਟਾਸਕ ਹੈਗਾ। ਚੋਣਾਂ ਦੇ ਅਖੀਰਲੇ ਸਾਲ ਸਰਕਾਰ ਵੱਲੋਂ ਲੋਕਾਂ ਨੂੰ ਝਟਕੇ ਦਿੱਤੇ ਜਾ ਰਹੇ ਨੇ ਤੇ ਝਟਕੇ ਇਸ ਵਾਰ ਬਿਜਲੀ ਦੇ ਕੱਟਾਂ ਨਾਲ ਦਿੱਤੇ ਜਾ ਰਹੇ, ਜਿਹਦੇ ਨਾਲ ਕਿ ਹਰ ਕੋਈ ਜਿਹੜਾ ਹੈ ਮੁਸ਼ਕਲ 'ਚ ਹੈ। ਪਰ ਸਭ ਤੋਂ ਜ਼ਿਆਦਾ ਮੁਸ਼ਕਲ 'ਚ ਹੈ ਪੰਜਾਬ ਦੀ ਇੰਡਸਟਰੀ, ਜੋ ਕਿ ਪਹਿਲੇ ਹੀ ਦਮ ਤੋੜ ਰਹੀ ਸੀ। ਲੇਕਿਨ ਬੀਤੇ ਕੁਝ ਸਮੇਂ 'ਚ ਜਿਸ ਤਰੀਕੇ ਨਾਲ ਸਰਕਾਰ ਨੇ ਫਰਮਾਨ ਜਾਰੀ ਕੀਤੇ ਨੇ ਕਿ ਲੋਕਾਂ ਨੂੰ ਬਿਜਲੀ ਘੱਟ ਮਿਲ ਰਹੀ ਹੈ, ਤਾਂ ਸਭ ਤੋਂ ਜ਼ਿਆਦਾ ਘਾਟ ਜਿਹੜੀ ਹੈ ਇੰਡਸਟਰੀਲਿਸਟ ਨੂੰ ਦਿੱਤੀ ਗਈ ਹੈ। ਉਹ ਵਪਾਰੀ ਜੋ ਕਿ ਸਰਕਾਰ ਦਾ ਖਜ਼ਾਨਾ ਭਰਦਾ ਹੈ, ਸਰਕਾਰ ਨੂੰ ਬਹੁਤ ਸਾਰਾ ਪੈਸਾ ਦਿੰਦਾ ਹੈ, ਜਿਹਦੇ ਨਾਲ ਕਿ ਸਰਕਾਰ ਅੱਗੇ ਲੋਕਾਂ ਨੂੰ ਕਰਜ਼ ਵੰਡਦੀ ਹੈ, ਲੋਕਾਂ ਨੂੰ ਖੁਸ਼ਹਾਲ ਕਰਨ ਦੇ ਦਾਅਵੇ ਕਰਦੀ ਹੈ। ਲੇਕਿਨ ਅੱਜ ਉਸ ਸਰਕਾਰ ਕੋਲੋਂ ਵਪਾਰੀ ਦੁਖੀ ਨੇ। ਵਪਾਰੀ ਦਾ ਦੁੱਖ ਦਰਦ ਇਸ ਕਰਕੇ ਸਰਕਾਰਾਂ ਨਹੀਂ ਸਮਝਦੀਆਂ ਕਿਉਂਕਿ ਵਪਾਰੀ ਇੱਕ ਸ਼ਰੀਫ ਜਮਾਤ ਮੰਨੀ ਜਾਂਦੀ ਹੈ, ਤਾਂ ਉਹ ਜ਼ਿਆਦਾ ਰੌਲਾ ਨਹੀਂ ਪਾਉਂਦੇ। ਲੇਕਿਨ ਹੁਣ ਅੱਜ ਕੱਲ੍ਹ ਵਪਾਰੀ ਬਹੁਤ ਦੁਖੀ ਨੇ। ਸਾਡੇ ਨਾਲ ਇੰਡਸਟਰੀਅਲ ਪ੍ਰੋਸੈਸਰ ਦੇ ਕੁਝ ਲੋਕ ਮੌਜੂਦ ਨੇ। ਵਪਾਰੀ ਵਰਗ ਫੈਕਟਰੀ ਦੇ ਵਿੱਚ ਨੇ। ਕਰੋੜਾਂ ਰੁਪਏ ਦੀ ਮਸ਼ੀਨਰੀ ਹੈ ਜਿਹੜੀ ਤੁਹਾਨੂੰ ਦਿਖਾ ਰਹੇ, ਜਿਹੜੀ ਇਸ ਵਕਤ ਬੰਦ ਪਈ ਹੈ। ਤਾਂ ਅੱਜ ਅਸੀਂ ਉਹਨਾਂ ਨਾਲ ਚਰਚਾ ਕਰਾਂਗੇ, ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਕਾਰਨ ਕੀ ਹੈ ਕਿ ਕਰੋੜਾਂ ਰੁਪਏ ਲਗਾ ਕੇ ਵੀ। ਸ਼ਰਮਾ ਜੀ, ਕੀ ਕਹਿਣਾ ਚਾਹੋਗੇ, ਕੀ ਹਾਲਾਤ ਕੀ ਨੇ ਇਸ ਵਕਤ ਇੰਡਸਟਰੀ ਦੇ? ਕਿਉਂਕਿ 3 ਦਿਨ ਦਾ ਫਿਰ ਕੱਟ ਹੈ, ਕਿਉਂਕਿ ਪਹਿਲਾਂ ਥੋੜ੍ਹੀ ਰਿਲੈਕਸੇਸ਼ਨ ਦਿੱਤੀ ਗਈ ਸੀ, ਲੇਕਿਨ ਹੁਣ ਫਿਰ ਲਗਾਤਾਰ 72 ਘੰਟੇ ਜਿਹੜੀ ਬੱਤੀ ਬੰਦ ਰਹੇਗੀ, ਇੰਡਸਟਰੀ ਨਹੀਂ ਚੱਲ ਸਕਦੀ। ਕੀ ਕਹਿਣਾ ਚਾਹੋਗੇ? ਮੈਂ ਤਾਂ ਇੱਕੋ ਗੱਲ ਕਹੂੰਗਾ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਖੰਨਾ ਜੀ ਕਿ ਤੁਸੀਂ ਪੰਜਾਬ ਕੇਸਰੀ ਜਗਬਾਣੀ ਦੇ ਮਾਧਿਅਮ ਨਾਲ ਸਾਨੂੰ ਆਪਣੀ ਗੱਲ ਤੁਹਾਡੇ ਪਲੇਟਫਾਰਮ 'ਤੇ ਰੱਖਣ ਦਾ ਮੌਕਾ ਦਿੱਤਾ। ਮੈਂ ਬੀਇੰਗ ਏ ਪ੍ਰੈਜ਼ੀਡੈਂਟ ਟੈਕਸਟਾਈਲ ਪ੍ਰੋਸੈਸਿੰਗ ਐਸੋਸੀਏਸ਼ਨ ਅੰਮ੍ਰਿਤਸਰ ਦਾ, ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹੈ ਕਿ ਇਹ ਜੇ ਅਸੀਂ ਗੱਲ ਕਰੀਏ ਤਾਂ ਟੋਟਲ ਫੇਲੀਅਰ ਆਫ ਗੌਰਮੈਂਟ ਜਿਹੜਾ ਇਹਨੂੰ ਅਸੀਂ ਕਹਿ ਸਕਦੇ ਹਾਂ। ਕਿਉਂਕਿ ਪਿਛਲੇ 10 ਸਾਲ ਵੀ ਜਿਹੜੀ ਇਹ ਬੜੇ ਦਾਅਵੇ ਲੱਗਦੇ ਰਹੇ ਆ ਕਿ ਇੰਡਸਟਰੀ ਦੇ ਵਿੱਚ ਬਿਜਲੀ ਸਰਪਲਸ ਪੰਜਾਬ ਹੋ ਗਿਆ। ਲੇਕਿਨ ਇਸ ਸਾਲ ਦੇ ਵਿੱਚ ਤੇ ਪਿਛਲੇ 2-3 ਸਾਲ 'ਚ ਜੇ ਕੋਈ ਰਿਲੀਫ ਵੀ ਮਿਲੀ ਹੈ ਤਾਂ ਇਸ ਸਾਲ ਦੇ ਵਿੱਚ ਤਾਂ ਇੰਨਾ ਕੁ ਬੇੜਾ ਗਰਕ ਹੋਇਆ ਕਿ ਜਿਹਦੇ ਨਾਲ ਕਿ ਆਲਰੇਡੀ ਕੋਵਿਡ ਦੇ ਨਾਲ 1.5 ਸਾਲ ਤੋਂ ਇੰਡਸਟਰੀ ਸਫਰ ਕਰ ਰਹੀ ਆ। ਸਾਰੀ ਇੰਡਸਟਰੀ ਬੰਦ ਪਈ ਆ। ਪਿਛਲੇ 1 ਮਹੀਨੇ ਫਿਰ ਕੋਵਿਡ ਦੀ ਲਹਿਰ ਕਰਕੇ ਬੰਦ, ਲਾਕਡਾਊਨ ਦੇ ਵਿੱਚ ਇੰਡਸਟਰੀ ਬੰਦ ਰਹੀ ਆ। ਤੇ ਹੁਣ ਜੇ 15-20 ਦਿਨ ਤੋਂ ਚੱਲਣ ਲੱਗੀ ਸੀ ਤੇ ਪਿਛਲੇ ਤਕਰੀਬਨ 1 ਹਫ਼ਤੇ ਤੋਂ 6 ਦਿਨ ਤੋਂ ਲਗਾਤਾਰ ਇੰਡਸਟਰੀ ਜਿਹੜੀ ਬੰਦ ਆ। ਤੇ ਜਿਹੜੀ ਕਿ ਪਹਿਲੋਂ 4 ਤਰੀਕ ਤੋਂ ਲੈ ਕੇ 7 ਤਰੀਕ ਤੱਕ ਤੇ 8 ਤਰੀਕ ਤੋਂ ਲੈ ਕੇ 11 ਤਰੀਕ ਤੱਕ ਅਕੋਰਡਿੰਗ ਟੂ ਸਰਕੂਲਰ 4 ਤੇ ਸਰਕੂਲਰ 11-12 ਇਹਨਾਂ ਨੇ ਕੱਟ ਲਗਾ ਦਿੱਤਾ ਹੈ। ਅਸੀਂ ਪੰਜਾਬ ਸਰਕਾਰ ਨੂੰ ਰਿਕੁਐਸਟ ਵੀ ਕੀਤੀ ਸੀ ਸਾਨੂੰ ਥੋੜ੍ਹੀ ਇੰਡਸਟਰੀ ਨੂੰ 20-22 ਇੰਡਸਟਰੀਆਂ ਨੂੰ ਕੋਈ 2-3 ਦਿਨ ਦਾ ਆਪਣਾ ਮਾਲ ਸੁਕਾਉਣ ਵਾਸਤੇ, ਕਿਉਂਕਿ ਸਾਡਾ ਹੈਗਾ ਕੰਟੀਨਿਊਸ ਪ੍ਰੋਸੈਸ ਦੇ ਵਿੱਚ ਜਿਹੜੇ ਗਿੱਲੇ ਮਾਲ ਨੇ ਜੇ ਅਸੀਂ ਇਮੀਡੀਏਟ ਉਹਨਾਂ ਨੂੰ ਸੁਕਾਉਂਦੇ ਨਹੀਂ ਤੇ ਉਹ ਕਰੋੜਾਂ ਰੁਪਏ ਦਾ ਇੰਡਸਟਰੀ ਦਾ ਜਿਹੜਾ ਨਾ ਇੱਕ ਅਲੱਗ ਲਾਸ ਆ, ਜਿਹੜਾ ਉਹਦਾ ਕੱਪੜਾ ਜਿਹੜਾ ਵਾ ਅੰਦਰ ਪਿਆ ਟੈਂਡਰ ਹੋ ਜਾਂਦਾ ਵਾ। ਉਹਦੇ ਬਾਵਜੂਦ ਫਿਰ ਹੁਣ 3-4 ਦਿਨ ਤੋਂ ਇੰਡਸਟਰੀ ਆ। ਮੈਂ ਸਮਝਦਾ ਖੰਨਾ ਜੀ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ 500 ਤੋਂ ਵੱਧ ਯੂਨਿਟ ਇਸ ਵੇਲੇ ਲਾਕਡਾਊਨ ਆ। 500 ਯੂਨਿਟ ਦਾ ਮਤਲਬ ਆ ਕਿ ਇੱਕ ਇੰਡਸਟਰੀ ਦੇ ਵਿੱਚ ਘੱਟ ਤੋਂ ਘੱਟ ਔਨ ਐਨ ਐਵਰੇਜ ਲਈਏ ਤੇ 300 ਬੰਦਾ ਤੋਂ ਲੈ ਕੇ 500 ਬੰਦੇ ਤੱਕ ਦੀ ਕਪੈਸਿਟੀ ਦੇ ਯੂਨਿਟ ਨੇ ਵੱਡੇ, ਜਿਨ੍ਹਾਂ ਦੇ ਵਿੱਚ LS ਕਨੈਕਸ਼ਨ ਨੇ, ਜਿਨ੍ਹਾਂ ਦੇ ਉੱਤੇ ਇਹ ਬੈਨ ਇੰਪੋਜ਼ ਕੀਤਾ ਗਿਆ ਵਾ। ਔਰ 25 ਹਜ਼ਾਰ ਆਦਮੀ ਜਿਹੜਾ ਇੱਥੇ ਅਨਇੰਪਲੋਈ ਹੋ ਗਿਆ, ਜਿਨ੍ਹਾਂ ਨੂੰ ਅੱਗੇ ਬੜੀ ਮੁਸ਼ਕਲ ਨਾਲ ਸੀ ਬਿਹਾਰ ਤੋਂ, ਬੰਗਾਲ ਤੋਂ, UP ਤੋਂ ਵਾਪਸ ਆਪਣੀ ਜਿਹੜੇ ਪ੍ਰਵਾਸੀ ਮਜ਼ਦੂਰ ਨੇ
ਕੋਵਿਡ ਕਰਕੇ ਚਲੇ ਗਏ ਸੀ, ਉਹਨਾਂ ਨੂੰ ਲਿਆਂਦਾ ਤੇ ਆਣ ਕੇ ਉਹ ਫਿਰ ਵਿਹਲੇ ਬੈਠੇ ਭੁੱਖੇ ਬੈਠੇ ਨੇ। ਜੇ ਉਹਨਾਂ ਨੂੰ ਨਹੀਂ ਉਹ ਕੰਮ ਮਿਲੇਗਾ ਤੇ ਅਲਟੀਮੇਟਲੀ ਫਿਰ ਉਹਨਾਂ ਨੂੰ ਵਾਪਸ ਚਲ ਜਾਣਗੇ ਤੇ ਪੰਜਾਬ ਦੀ ਇੰਡਸਟਰੀ ਮੂਲੋਂ ਹੀ ਬੰਦ ਹੋ ਜਾਏਗੀ। ਇੱਕ ਬੰਨੇ ਅਸੀਂ ਇਨਵੈਸਟ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਬਾਹਰ ਦੀ ਇੰਡਸਟਰੀ ਲਿਆਉਣ ਦੀ ਗੱਲ ਕਰਦੇ ਹਾਂ। ਲੇਕਿਨ ਜਿਹੜੀ ਆ ਮੈਂ ਸਮਝਦਾ ਵੀ ਪਲੈਨਿੰਗ ਪੱਖੋਂ ਗਵਰਨਮੈਂਟ ਪੰਜਾਬ ਗਵਰਨਮੈਂਟ ਜਿਹੜੀ ਆ ਨਾ ਟੋਟਲ ਇਹਦਾ ਫੇਲੀਅਰ ਆ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਇਹ ਕਹਿੰਦੇ ਅਸੀਂ ਜ਼ਿਮੀਂਦਾਰਾਂ ਨੂੰ ਬਿਜਲੀ ਦੇਣ ਡਏ ਹਾਂ। ਬਿਜਲੀ ਦੇਣ ਵਾਸਤੇ ਪੰਜਾਬ ਸਰਕਾਰ ਜਿਹੜੀ ਆ 16,000 ਕਰੋੜ ਰੁਪਈਆ ਜਿਹੜਾ ਨਾ ਇੱਕ ਦਿਨ ਦੇ ਵਿੱਚ ਇੱਕ ਸਾਲ ਦਾ ਜਿਹੜਾ ਪਿਛਲੇ ਸਾਲ ਦੇ ਵਿੱਚ 16,000 ਕਰੋੜ ਤਕਰੀਬਨ ਜਿਹੜੀ ਸਬਸਿਡੀ ਦਿੱਤੀ ਆ। ਤੇ ਪੰਜਾਬ ਦੇ ਵਿੱਚ ਟੋਟਲ ਜਿਹੜੀ ਟਿਊਬਵੈੱਲ ਆ ਟੋਟਲ ਜ਼ਿਮੀਂਦਾਰਾਂ ਕੋਲ ਟਿਊਬਵੈੱਲ ਆ ਉਹ ਤਕਰੀਬਨ ਹੈਗੇ ਜੇ 14 ਲੱਖ ਟਿਊਬਵੈੱਲ ਆ ਪੰਜਾਬ ਦੇ ਵਿੱਚ। ਇੱਕ ਸਾਲ 'ਚ 16 ਲੱਖ ਕੰਟਰੋਲਾਂ। ਇਹਨਾਂ ਨੂੰ ਇੰਨੇ ਸੂਝਵਾਨ ਬੰਦੇ ਪੰਜਾਬ ਸਰਕਾਰ 'ਚ ਬੈਠੇ ਨੇ, ਜਿਹੜੇ ਵੱਡੇ IAS ਬੈਠੇ ਨੇ ਸਾਰੇ। ਤੁਸੀਂ ਹਰ ਸਾਲ 15-16 ਹਜ਼ਾਰ ਕਰੋੜ ਸਬਸਿਡੀ ਦਿੰਦੇ ਹੋ। ਜੇ ਪਿਛਲੇ 5-7 ਸਾਲ ਤੁਸੀਂ 4 ਸਾਲ ਮਿਹਨਤ ਕਰਕੇ ਇਹਨਾਂ ਨੂੰ ਅਗਰ 14 ਲੱਖ ਟਿਊਬਵੈੱਲ ਨੂੰ ਅਗਰ 3 ਲੱਖ ਰੁਪਏ ਦਾ ਇੱਕ ਸੋਲਰ ਸਿਸਟਮ ਲੱਗਦਾ ਜਿਹੜਾ 20 ਤੋਂ 25 ਕਿਲੋਵਾਟ ਤੱਕ ਜਿਹੜਾ ਅਵੇਲੇਬਲ ਆ, ਜੇ ਉਹ ਸੋਲਰ ਸਿਸਟਮ ਲਾ ਕੇ ਇਹ 14 ਲੱਖ ਨੂੰ ਇਕਵਿਪਡ ਕੀਤਾ ਹੁੰਦਾ ਤੇ 42 ਕਰੋੜ ਰੁਪਈਆ ਸਿਰਫ 42,000 ਕਰੋੜ ਰੁਪਈਆ ਚਾਹੀਦਾ ਸੀਗਾ 3 ਸਾਲ ਦੀ ਸਬਸਿਡੀ ਵਾਸਤੇ। ਆਉਣ ਵਾਲੇ 25 ਸਾਲ ਵਾਸਤੇ ਪੰਜਾਬ ਦੇ ਵਿੱਚ ਕੋਈ ਸਬਸਿਡੀ ਦੇਣ ਦੀ ਜ਼ਰੂਰਤ ਨਹੀਂ ਸੀ ਪੈਣੀ। ਪੰਜਾਬ ਸਰਕਾਰ ਨੂੰ ਕੋਈ ਕਰਜ਼ਾ ਚੁੱਕਣ ਦੀ ਲੋੜ ਨਹੀਂ ਸੀ ਪੈਣੀ। ਕੋਈ ਮਤਲਬ ਇਹਦੇ ਵਿੱਚ ਫਰਕ ਨਹੀਂ ਪੈਣਾ ਸੀ। ਦੂਸਰੀ ਗੱਲ ਹੈ ਮੈਂ ਦੱਸਣੀ ਚਾਹੁੰਦਾ ਕਿ ਜੇ ਸਿੰਚਾਈ ਵਿਭਾਗ ਦੀ ਗੱਲ ਕਰੀਏ ਤੇ ਪਿਛਲੇ 1965 ਤੋਂ ਟ੍ਰੀਟੀ ਜੇ ਆਪਾਂ ਸਮਝੀਏ ਤੇ ਜਿਹੜੀ ਆ ਅੱਜ ਜੋ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ 4.25 ਕਿਊਸਿਕ ਮੀਟਰ ਜਿਹੜੀ 1000 ਏਕੜ ਦੇ ਉੱਤੇ UBDC ਵਿੱਚ ਤੇ 3.25 ਏਕੜ ਜਿਹੜੇ ਤੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਨਹਿਰੀ ਪਾਣੀ ਦਿੱਤਾ ਜਾ ਰਿਹਾ। ਇਹ ਜਿਹੜੇ ਅੰਕੜੇ ਨੇ 1965 ਉਸ ਵੇਲੇ ਦੀ ਟ੍ਰੀਟੀ ਦੇ ਮੁਤਾਬਕ ਜਿਹੜਾ ਇਹ ਨਹਿਰੀ ਪਾਣੀ ਜਿਹੜਾ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ। ਉਦੋਂ ਫਸਲਾਂ ਕਣਕ ਮੱਕੀ ਬਾਜਰਾ ਵਗੈਰਾ ਹੁੰਦੀਆਂ ਸੀ। ਅੱਜ ਕ੍ਰੌਪ ਆ ਗਈ ਝੋਨਾ ਕਣਕ ਜਾਂ ਪਾਣੀ ਦੇ ਨਾਲ ਜੇ ਪ੍ਰਫੁੱਲਤ ਹੋਣ ਵਾਲੀਆਂ ਕ੍ਰੌਪਸ ਆ ਗਈਆਂ ਤੇ ਨਹਿਰੀ ਪਾਣੀ ਨਹੀਂ ਵਧਾਇਆ ਗਿਆ। ਇਹਦੀ ਕੋਈ ਪਲੈਨਿੰਗ ਨਹੀਂ ਕੀਤੀ ਗਈ। ਨਹੀਂ ਪਰ ਸਰ ਇੰਡਸਟਰੀ ਦਾ ਹੁਣ ਕੀ ਹਾਲਾਤ ਨੇ? ਅਸੀਂ ਜਿਹੜੇ ਸਰਕਾਰੀ ਅੰਕੜੇ ਨੇ ਮੈਂ ਮੰਨਣਾ ਕਿ ਅਸੀਂ ਇੰਡਸਟਰੀ ਦਿਖਾ ਰਹੇ ਹਾਂ ਕਿ ਕਾਫੀ ਮਹਿੰਗੀ ਇੰਡਸਟਰੀ ਹੈ ਜਿਹੜੀ ਲੱਗ ਰਹੀ ਜਿਹੜੀ ਅਸੀਂ ਜਿੱਥੇ ਖੜਕਦੇ ਹਾਂ। ਖੰਨਾ ਜੀ ਅੱਜ ਦੀ ਡੇਟ ਦੇ ਵਿੱਚ ਸਾਡੀ ਜਿਹੜੀ ਇੰਡਸਟਰੀ ਦੀ ਬਿਜਲੀ ਬੰਦ ਕੀਤੀ ਆ ਉਹ ਇਸ ਕਰਕੇ ਕੀਤੀ ਆ ਵੀ ਅਸੀਂ ਕ੍ਰੌਪਸ ਵਾਸਤੇ ਪਾਣੀ ਦੇਣਾ ਹੈ ਤੇ ਪੰਜਾਬ ਸਰਕਾਰ ਪਲੈਨਿੰਗ ਕਰਕੇ ਜੇ ਪਹਿਲਾਂ ਹੀ ਨਹਿਰੀ ਪਾਣੀ ਜਿਹੜਾ ਇੱਥੇ ਵਧਾ ਦਿੰਦੀ ਤੇ ਸ਼ਾਇਦ ਇਹਦੀ ਜ਼ਰੂਰਤ ਹੀ ਨਾ ਪੈਂਦੀ। ਔਰ ਜੇ ਸੋਲਰ ਸਿਸਟਮ ਲਵਾ ਦਿੰਦੀ ਤੇ ਅੱਜ ਜਿਹੜੀ ਆ ਇਹ ਸਬਸਿਡੀ ਦੇਣ ਦੀ ਵੀ ਨਾ ਇਹਨਾਂ ਨੂੰ ਜ਼ਰੂਰਤ ਪੈਂਦੀ। ਜਿੱਥੋਂ ਤੱਕ ਸਾਡੀ ਇੰਡਸਟਰੀ ਦਾ ਸਵਾਲ ਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਨਾਲ ਦੇ ਸੂਬਿਆਂ ਦੇ ਵਿੱਚ 300% ਜਿਹੜੀ ਨਵੀਆਂ ਇੰਡਸਟਰੀਅਲ ਪਾਲਿਸੀਆਂ ਆਈਆਂ ਵਾ J&K ਵਗੈਰਾ ਦੇ ਵਿੱਚ 300% ਉਹਦੇ ਵਿੱਚ GST ਮਾਫ ਆ। ਠੀਕ ਹੈ ਜੀ। ਤੇ 10 ਸਾਲ ਦੀ ਇਨਕਮ ਟੈਕਸ ਦੀ ਹੌਲੀਡੇ ਆ। ਇਹਦੇ ਨਾਲ ਬਿਜਲੀ ਜਿਹੜੀ ਆ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ 3 ਰੁਪਏ ਆ। ਅਸੀਂ 7 ਰੁਪਏ ਯੂਨਿਟ ਲੈਣ ਤੋਂ 8 ਰੁਪਏ ਯੂਨਿਟ ਲੈਣ ਤੋਂ ਬਾਵਜੂਦ ਵੀ ਸਾਡੇ ਕੋਲ ਬਿਜਲੀ ਨਹੀਂ ਹੈਗੀ, ਸਾਨੂੰ ਬਿਜਲੀ ਨਹੀਂ ਮਿਲ ਰਹੀ ਤੇ ਉੱਥੇ 24 ਘੰਟੇ ਬਿਜਲੀ ਜਿਹੜੀ ਆਉਣ। ਸਰ ਤੁਸੀਂ ਹੋਰ ਵੀ ਇੰਡਸਟਰੀ ਸਾਡੇ ਨਾਲ ਸਰ ਕਿਸ ਤਰ੍ਹਾਂ ਮੁਕਾਬਲਾ ਕਰੋਗੇ? ਤੁਸੀਂ ਇਸ ਮੰਨੇ ਤੁਸੀਂ ਕਹਿੰਦੇ ਜੀ ਪੰਜਾਬ ਬਹੁਤ ਵੱਡਾ ਖੁਸ਼ਹਾਲ ਸੂਬਾ ਹੈ, ਕਿਆ ਤੁਸੀਂ ਮੁਕਾਬਲਾ ਕਰ ਸਕਦੇ ਹੋ ਬਾਕੀ ਸਟੇਟਸ ਦੇ ਨਾਲ? ਨਹੀਂ ਜੀ, ਸਾਡਾ ਜਿਹੜਾ ਡਾਇਰੈਕਟ ਜਿਹੜਾ ਟੈਕਸਟਾਈਲ ਤੁਹਾਨੂੰ ਇੱਕ ਪਤਾ ਕਿ ਐਗਰੀਕਲਚਰ ਤੋਂ ਬਾਅਦ ਟੈਕਸਟਾਈਲ ਹੀ ਹੈਗੀ ਹੈ ਜਿਹੜੀ ਸਾਨੂੰ ਜ਼ਿਆਦਾ ਰੋਜ਼ਗਾਰ ਲੋਕਾਂ ਨੂੰ ਦਿੰਦੀ ਹੈ। ਸਾਡਾ ਡਾਇਰੈਕਟ ਕੰਪੀਟੀਸ਼ਨ ਹੈਗਾ ਸੂਰਤ ਗੁਜਰਾਤ 'ਚ ਸੂਰਤ ਅਹਿਮਦਾਬਾਦ ਉਹਨਾਂ ਨਾਲ ਹੈਗਾ। ਉੱਥੇ ਵੇਖੋ ਜੀ ਕਿੰਨੀ ਜ਼ਿਆਦਾ ਫੈਸਿਲਿਟੀਜ਼ ਆ। ਬੱਤੀ ਉੱਥੇ ਸਾਡੇ ਨਾਲ ਸਸਤੀ ਹੈ। 32 ਰਾਊਂਡ ਦੇ ਕਲੌਕ ਉਹਨਾਂ ਨੂੰ ਅਵੇਲੇਬਲ ਹੈ। ਸਰਵਾਈਵਲ ਕਿਸ ਤਰ੍ਹਾਂ ਜਿਸ ਤਰ੍ਹਾਂ ਬੱਤੀ ਬੰਦ ਪਈ ਹੈ ਅਗਰ ਤੁਸੀਂ ਚਲਾ ਨਹੀਂ ਸਕਦਾ ਜੀ। ਸਰਵਾਈਵ ਕਰਨਾ ਬੜਾ ਔਖਾ ਜੀ। 4 ਟਾਈਮ ਸਾਡੀ ਕਾਸਟ ਵੱਧ ਜਾਂਦੀ ਹੈ ਜੇ ਇਹ ਜਨਰੇਟਰ ਨਾਲ ਚਲਾਈਏ। ਇੱਕ ਤਾਂ ਇੰਪੋਸੀਬਲ ਟਾਸਕ ਹੈਗਾ ਐਡੀ ਗਰਮੀ ਦੇ ਵਿੱਚ ਤੁਸੀਂ ਕੋਈ ਵੀ ਜਨਰੇਟਰ 3 ਦਿਨ ਜਾਂ 6 ਦਿਨ ਕੋਈ ਚਲਾ ਲਿਓ, ਪੋਸੀਬਲ ਨਹੀਂ ਹੈਗਾ। ਤੇ 4 ਗੁਣਾ ਸਾਡੀ ਕਾਸਟ ਵੱਧ ਜਾਂਦੀ ਹੈ ਜੇ ਅੱਗੇ ਹੀ ਬਿਲਕੁਲ ਥਿਨ ਮਾਰਜਨ ਜਾਂ ਨੋ ਪ੍ਰੋਫਿਟ ਨੋ ਲਾਸ ਜਾਂ ਲਾਸ ਨਾਲ ਵੀ ਇਹੀ ਇੰਡਸਟਰੀ ਚਲਾ ਰਹੇ ਹਾਂ ਕਿਉਂਕਿ ਬੜੀ ਵੱਡੀ ਇੰਡਸਟਰੀ ਹੈ। ਇਹਨੂੰ ਇਮੀਡੀਏਟਲੀ ਬੰਦ ਨਹੀਂ ਕੀਤਾ ਜਾ ਸਕਦਾ। ਕਰੋੜਾਂ ਰੁਪਏ ਦੀ ਇਨਵੈਸਟਮੈਂਟ ਹੈ। ਲੋਕਾਂ ਦੇ ਬੈਂਕਾਂ ਤੇ ਵੀ ਕਰੋੜਾਂ ਰੁਪਏ ਬੈਂਕਾਂ ਤੋਂ ਉਹਨਾਂ ਨੇ ਉਧਾਰ ਲਿੱਤਾ ਤੇ ਉਹਦੇ ਨਾਲ ਇੰਡਸਟਰੀ ਚੱਲ ਰਿਹਾ ਹੁੰਦਾ ਔਰ ਇਹ ਸੋਚਣਾ ਹੀ ਚੱਲ ਰਿਹਾ ਹੁੰਦਾ ਵੀ ਕੱਲ੍ਹ ਨੂੰ ਅੱਛੇ ਦਿਨ ਆਉਣਗੇ ਤੇ ਸ਼ਾਇਦ ਮੈਂ ਇਹਨੂੰ ਕਰ ਲਵਾਂ। ਇੰਨੀ 300 ਬੰਦਾ 500 ਬੰਦਾ ਉਹਦੀ ਲੇਬਰ ਇੰਟੈਕਟ ਹੁੰਦੀ ਹੈ ਜਿਹਦੇ ਨਾਲ ਉਹਨੇ ਬੂਟਾ ਹੀ ਲਾਉਣ ਵਾਲੀ ਗੱਲ ਹੈ ਨਾ। ਜਿਵੇਂ ਬੱਚੇ ਨੂੰ ਪਾਲਿਆ ਜਾਂਦਾ ਉਵੇਂ ਇੰਡਸਟਰੀ ਪਾਲੀ ਜਾਂਦੀ ਹੈ ਜੀ। ਉਹਨੂੰ ਇਮੀਡੀਏਟਲੀ ਬੰਦ ਨਹੀਂ ਕਰ ਸਕਦੇ। ਪਰ ਜਿਹੜੀ ਸਟੇਜ 'ਤੇ ਸਾਨੂੰ ਪਹੁੰਚਾ ਦਿੱਤਾ ਗਿਆ, ਪਹਿਲੇ ਕਰੋਨਾ ਸੀ,
ਕਰੋਨਾ ਤੋਂ ਹੀ ਬੜੀ ਮੁਸ਼ਕਲ ਉੱਭਰੇ ਬੰਦੇ ਨੇ ਫਿਰ ਪੈਸੇ ਇੱਧਰੋਂ ਉੱਧਰੋਂ ਫੜ ਕੇ ਬੈਂਕਾਂ ਕੋਲ ਲੋਨ ਲੈ ਆਲੇ ਦੁਆਲੇ ਫੜ ਕੇ ਫਿਰ ਇਹਦੇ ਵਿੱਚ ਪਾ ਕੇ ਅਸੀਂ ਚਾਲੂ ਕੀਤਾ। ਉਹ ਹਾਲੇ ਚਾਲੂ ਹੀ ਹੋਇਆ ਸੀ, ਇਹ ਜੂਨ ਮਿਡ ਦੇ ਵਿੱਚੋਂ ਅਸੀਂ ਚਾਲੂ ਕੀਤਾ ਸੀ ਤੇ ਨਾਲ ਹੀ ਫਸਟ 15 ਦਿਨਾਂ ਦੇ ਵਿੱਚ ਹੀ ਇਹ ਹੁਣ ਬੱਤੀ ਦਾ ਚੱਕਰ ਪੈ ਗਿਆ, ਜਿਹੜਾ ਇੰਪੋਸੀਬਲ ਟਾਸਕ ਹੈਗਾ। ਇਹ ਤੇ ਸਿੱਧਾ ਹੀ ਹੈਗਾ ਕਿ ਇਹ ਇੰਡਸਟਰੀ ਚਾਹੁੰਦੇ ਨੇ ਤੇ ਪੱਕੀ ਮਤੀ ਭਾਵੇਂ ਬੰਦ ਕਰ ਦੇਣ ਤੇ ਸਾਰੇ ਬੰਦ ਕਰ ਦੇਣ ਤਾਂ ਕਿ ਅਸੀਂ ਇੱਕ ਮਤਲਬ ਵਿਹਲੇ ਤੇ ਹੋਈਏ। ਖੰਨਾ ਜੀ ਗੱਲ ਇਹ ਆ ਕਿ ਅਸੀਂ ਬਾਰਡਰ ਬੈਲਟ ਦੇ ਵਿੱਚ ਬੈਠੇ ਹਾਂ। ਬਾਰਡਰ ਜ਼ੋਨ ਪੰਜਾਬ ਜਿਹੜਾ ਵਾ ਜੇ ਜੀਓਗ੍ਰਾਫੀਕਲੀ ਸਟੇਟਸ ਸਾਡਾ ਵੇਖਿਆ ਜਾਏ ਵੀ ਆਰ ਸਿਟਿੰਗ ਐਟ ਦਾ ਟੇਲ ਆਫ ਦਾ ਕੰਟਰੀ, ਖਾਸ ਕਰਕੇ ਅੰਮ੍ਰਿਤਸਰ ਸ਼ਹਿਰ। ਮੈਨੂੰ ਇਹ ਸਾਡੇ ਕੋਲ ਜਿੰਨਾ ਰॉ ਮਟੀਰੀਅਲ ਆ ਸਾਰਾ ਬਾਹਰ ਦੀਆਂ ਸਟੇਟਾਂ ਤੋਂ ਆਉਂਦਾ ਹੈ, ਗੁਜਰਾਤ ਤੋਂ, ਸੂਰਤ ਤੋਂ ਜਾਂ ਆਪਣਾ ਮਹਾਰਾਸ਼ਟਰ ਤੋਂ ਜਾਂ ਇਸ ਤਰ੍ਹਾਂ ਬਾਹਰ ਦੀਆਂ ਸਟੇਟਾਂ ਤੋਂ ਆਣ ਕੇ ਇਹਦਾ ਸਾਨੂੰ ਲੌਜਿਸਟਿਕਸ ਪੈਂਦੀਆਂ ਨੇ, ਕਿਰਾਏ ਪੈਂਦੇ ਨੇ। ਉਸ ਮਟੀਰੀਅਲ ਰॉ ਮਟੀਰੀਅਲ ਦੇ ਨਾਲ ਧਾਗਾ ਹੋਇਆ ਜਾਂ ਡਾਈਸ ਕੈਮੀਕਲ ਹੋਏ ਜੇ ਸਾਰੋਂ ਅਸੀਂ ਬਾਹਰੋਂ ਲੈ ਕੇ ਮਾਝੇ ਦੇ ਲੋਕ ਜਿਹੜੇ ਨੇ ਵੈਸੇ ਹਿੰਮਤੀ ਨੇ, ਬਹੁਤ ਮਿਹਨਤੀ ਲੋਕ ਨੇ, ਮਿਹਨਤ ਆਪਣੀ ਦੇ ਨਾਲ ਅਸੀਂ ਇਹਨਾਂ ਅੰਮ੍ਰਿਤਸਰ ਸ਼ਹਿਰ 'ਚ ਇੰਡਸਟਰੀ ਚਲਾ ਕੇ ਤੇ ਇਸ ਇੰਡਸਟਰੀ ਦਾ ਮਾਲ ਫਿਰ ਦੁਬਾਰਾ ਉਹਨਾਂ ਹੀ ਮੰਡੀਆਂ ਦੇ ਵਿੱਚ ਵਾਪਸ ਭੇਜ ਕੇ ਵੇਚਦੇ ਹਾਂ। ਉਹਨਾਂ ਲੋਕਾਂ ਨਾਲ ਅਸੀਂ ਕੰਪੀਟੀਸ਼ਨ ਕਿਸ ਤਰ੍ਹਾਂ ਕਰ ਸਕਾਂਗੇ? ਪੰਜਾਬ ਸਰਕਾਰ ਨੂੰ ਜੇ ਕੋਈ ਪਲੈਨਿੰਗ ਨਹੀਂ ਕੀਤੀ ਤੇ ਨਵੇਂ ਯੂਨਿਟਾਂ ਦੀ ਬਜਾਏ ਜਿਹੜੇ ਪੁਰਾਣੇ ਯੂਨਿਟ ਵੀ ਇਹ ਬੰਦ ਹੋ ਜਾਣਗੇ ਤੇ ਇਹਦਾ ਮੈਂ ਕਹਿੰਦਾ ਪੂਰਾ ਸ਼੍ਰੇ ਜਿਹੜਾ PSPCL ਕਾਰਪੋਰੇਸ਼ਨ ਨੂੰ ਜਾਏਗਾ। ਇਹ ਬਿਜਲੀ ਬੋਰਡ ਜਿਹੜਾ ਇੱਕ ਪੰਜਾਬ ਦੇ ਇੰਡਸਟਰੀਲਿਸਟ ਦੇ ਕਫਨ ਦੇ ਵਿੱਚ ਕਿੱਲ ਠੋਕਣ ਵਾਲਾ ਹੋਏਗਾ ਜੀ। ਕੁਝ ਹੋਰ ਇੰਡਸਟਰੀ ਨੇ ਸਰ, ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਪਲਾਨ ਕਿਆ ਇੰਡਸਟਰੀ ਦਾ ਪਲਾਨ ਹੋਣਾ ਲਾਜ਼ਮੀ ਹੈ ਪੰਜਾਬ 'ਚ? ਬਿਲਕੁਲ ਹੋਏਗਾ ਜੀ। ਮੈਂ ਸਮਝਦਾ ਕਿ ਸਰਕਾਰ ਦੀਆਂ ਨੀਤੀਆਂ ਐਸੀਆਂ ਨੇ ਕਿ ਪੰਜਾਬ 'ਚ ਕੋਈ ਵੀ ਨਵਾਂ ਇੰਡਸਟਰੀਲਿਸਟ ਆਏਗਾ ਨਹੀਂ ਔਰ ਜਿਹੜੇ ਐਗਜ਼ਿਸਟਿੰਗ ਹੈ ਔਰ ਡੈਫੀਨੇਟਲੀ ਪਲਾਇਨ ਕਰਨ ਦੇ ਉੱਤੇ ਮਜਬੂਰ ਹੋ ਜਾਣਗੇ। ਸਰਕਾਰ ਦੀਆਂ ਨੀਤੀਆਂ ਹੀ ਇਹੋ ਜਿਹੀਆਂ ਨੇ ਕਿ ਪੰਜਾਬ 'ਚ ਕੋਈ ਇੰਡਸਟਰੀ ਆ ਕੇ ਲਗਾਵੇ ਹੀ ਨਾ ਤੇ ਚਲਾਵੇ ਹੀ ਨਾ। ਕੁਝ ਹੋਰ ਲੋਕ ਨੇ ਸਰ, ਕਿਸ ਤਰ੍ਹਾਂ ਇੰਡਸਟਰੀ ਨੂੰ ਸਮਝਦੇ ਹੋ, ਕਿਸ ਤਰ੍ਹਾਂ ਘਾਟਾ ਆਉਣਾ, ਕਿਸ ਤਰ੍ਹਾਂ ਨੂੰ ਸਰਵਾਈਵ ਕਿਸ ਤਰ੍ਹਾਂ ਕਰੋਗੇ? ਸਰ ਸਰਵਾਈਵਲ ਇਸ ਤਰ੍ਹਾਂ ਹੈ ਨਾ, ਸਰਕਾਰ ਦੇ ਅੱਗੇ ਬੇਨਤੀਆਂ ਕਰ ਸਕਦੇ ਹਾਂ ਅਸੀਂ ਲੋਕ ਤਾਂ। ਸਰਕਾਰ ਹੁਣ ਬਿਜਲੀ ਬੰਦ ਆ, ਟੈਕਸ ਤਾਂ ਕੋਈ ਬੰਦ ਨਹੀਂ, ਸਾਰੇ ਤਰ੍ਹਾਂ ਦੇ ਖਰਚੇ ਪੈ ਰਹੇ ਨੇ, ਮੀਟਰਾਂ ਦੇ, ਲੇਬਰ ਵੀ ਤੰਗ ਆ, ਮਾਲਕ ਵੀ ਤੰਗ ਆ। ਅਸੀਂ ਤਾਂ ਰਿਕੁਐਸਟ ਹੀ ਕਰ ਸਕਦੇ ਹਾਂ, ਸਾਡੀ ਵੀ ਇਹੀ ਸਰਕਾਰ ਆ, ਸਾਡੀ ਬੇਨਤੀ ਜ਼ਰੂਰ ਸੁਣੇ। ਅਸੀਂ ਪ੍ਰਧਾਨ ਜੀ ਨੂੰ ਦੱਸਿਆ ਹੈ, ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਸਾਰੀ ਗੱਲ ਕਲੀਅਰ ਕਰ ਚੁੱਕੇ ਹਾਂ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਇੱਕ ਇੰਡਸਟਰੀਲਿਸਟ ਦਾ ਸਰਵਾਈਵ ਕਰਨਾ ਔਖਾ ਹੈ ਤੇ ਜਿਹੜਾ ਤੁਹਾਡੇ ਨਾਲ ਐਸੋਸੀਏਟਡ ਆਦਮੀ ਉਹ ਕਿਸ ਤਰ੍ਹਾਂ ਸਰਵਾਈਵ ਕਰੇਗਾ? ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਵਕਤ ਇੱਕ ਇੰਡਸਟਰੀ 'ਚ ਖੜੇ ਹਾਂ ਜਿੱਥੇ ਕਿ ਕਰੋੜਾਂ ਰੁਪਏ ਦੀ ਇੰਡਸਟਰੀ ਹੈ ਜਿਹੜੀ ਕਿ ਬਿਲਕੁਲ ਬੰਦ ਪਈ ਹੈ ਔਰ ਅਗਰ ਇਹ ਚਲਾਉਂਦੇ ਨੇ ਤੇ ਇਹਨਾਂ ਨੂੰ ਭਾਰੀ ਭਰਕਮ ਜੁਰਮਾਨੇ ਲੱਗਦੇ ਨੇ। ਪਰ ਪੰਜਾਬ ਸਰਕਾਰ ਇਹਨਾਂ ਦੀ ਸੁਧ ਲੈਣ ਨੂੰ ਤਿਆਰ ਨਹੀਂ ਹੈ। ਟੈਕਸ ਦਿੰਦੇ ਨੇ, ਸਟੇਟ ਚਲਾਉਂਦੇ ਨੇ ਤੇ ਕਿਸਾਨ ਜਿਹੜਾ ਹੈ ਉਹਨਾਂ ਨੂੰ ਸੁਵਿਧਾ ਦਿੰਦੇ ਨੇ। ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਸਰਕਾਰ ਕੋਲੋਂ ਅਰੇਂਜਮੈਂਟ ਕਿਉਂ ਨਹੀਂ ਕੀਤੇ ਗਏ? ਤਾਂ ਕੁਝ ਡਾਟਾ ਵੀ ਤੁਹਾਡੇ ਅੱਗੇ ਨਸ਼ਰ ਕੀਤੇ ਨੇ ਕਿ ਨਹਿਰੀ ਪਾਣੀ ਨੂੰ ਅਗਰ ਸਹੀ ਤਰੀਕੇ ਨਾਲ ਵਧਾਇਆ ਹੁੰਦਾ ਤਾਂ ਸ਼ਾਇਦ ਨੌਬਤ ਨਾ ਆਉਂਦੀ। ਲੇਕਿਨ ਅੱਜ ਇੰਡਸਟਰੀ ਜਿਹੜੀ ਹੈ ਮਰਨ ਦੇ ਕਗਾਰ ਤੇ ਹੈ। ਤਾਂ ਬਾਕੀ ਜਿਹੜੇ ਨਾਲ ਦੇ ਸੂਬੇ ਨੇ ਉੱਥੇ ਬੱਤੀ ਦੀ ਵਿਵਸਥਾ ਵੀ ਠੀਕ ਹੈ ਤੇ ਟੈਕਸੇਸ਼ਨ ਪ੍ਰਣਾਲੀ ਵੀ ਠੀਕ ਹੈ, ਜਿਸ ਕੇ ਕਾਰਨ ਹੁਣ ਇਹ ਲੋਕ ਕਹਿ ਰਹੇ ਨੇ ਕਿ ਅਸੀਂ ਪਲਾਨ ਕਰ ਜਾਵਾਂਗੇ, ਕਿਉਂਕਿ ਇਸ ਤਰ੍ਹਾਂ ਬਾਰ-ਬਾਰ ਝਟਕੇ ਲਾ ਕੇ ਇੰਡਸਟਰੀ ਬੰਦ ਕਰਨ ਨਾਲ ਉਹਨਾਂ ਦੀ ਇੰਡਸਟਰੀ ਬਿਲਕੁਲ ਬੰਦ ਹੋਣ ਦੇ ਕਗਾਰ ਤੇ ਆ ਗਈ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ TV, ਅੰਮ੍ਰਿਤਸਰ।